Hello dear student ਆਪਾਂ ਲੈਸਨ 13 ਕਲਾਸ 6 ਦਾ ਚੈਪਟਰ ਫਨ ਵਿਦ ਮੈਗਨੇਟ ਚੁੰਬਕ ਦੇ ਨਾਲ ਅਸੀਂ ਕੀ ਕੰਮ ਕਰ ਸਕਦੇ ਹਾਂ ਤਾਂ ਚੁੰਬਕ ਸਾਡੇ ਕਿਸ ਕੰਮ ਆਉਂਦਾ ਹੈ ਅੱਜ ਇਹਦੇ ਬਾਰੇ ਅਸੀਂ ਪੜਾਂਗੇ ਤੁਸੀਂ ਮੈਗਨੇਟ ਦੇਖਦੇ ਹੋ ਬੱਚਿਆਂ ਦੇ ਟॉयਜ਼ ਦੇ ਵਿੱਚ ਵੀ ਮੈਗਨੇਟ ਹੁੰਦੇ ਨੇ ਡੋਰ ਦੇ ਵਿੱਚ ਡੋਰ ਕੈਚਰ ਜਾਂ ਪਰਸ ਜਾਂ ਪਿਨ ਹੋਲਡਰ ਜਾਂ ਮੋਬਾਈਲ ਕਵਰ ਜਿਹੜੇ ਆ ਟੱਚ ਕਰਕੇ ਬੰਦ ਹੋ ਜਾਂਦੇ ਹਨ ਉਹਨਾਂ ਦੇ ਵਿੱਚ ਬੇਟਾ ਜੀ ਮੋਬਾਈਲ ਕਵਰ ਦੇ ਵਿੱਚ ਵੀ ਮੈਗਨੇਟ ਲੱਗਿਆ ਹੁੰਦਾ ਹੈ ਸੋ ਅੱਜ ਅਸੀਂ ਮੈਗਨੇਟ ਕਿੱਥੇ ਕਿੱਥੇ ਕੰਮ ਆਉਂਦਾ ਹੈ ਔਰ ਇਹਦੀਆਂ ਕੀ ਪ੍ਰੋਪਰਟੀਜ਼ ਨੇ ਤੇ ਇਹਦੀ ਪ੍ਰੋਪਰਟੀਜ਼ ਕਿਵੇਂ ਲੋਸ ਹੁੰਦੀਆਂ ਨੇ ਇਸ ਚੈਪਟਰ ਦੇ ਵਿੱਚ ਪੜਾਂਗੇ ਔਰ ਇਹਨਾਂ ਦੇ ਕੁਐਸਚਨ ਆਨਸਰ ਵੀ ਕਰਦੇ ਹਾਂ ਚਲੋ ਸ਼ੁਰੂ ਕਰਦੇ ਹਾਂ ਬੇਟਾ ਕਈ ਵਾਰ ਤੁਹਾਡੇ ਹੱਥੋਂ ਪਿੰਨਾਂ ਦਾ ਡੱਬਾ ਜਿਹੜਾ ਹੈ ਉਹ ਡਿੱਗ ਜਾਂਦਾ ਹੈ ਉਹ ਇੰਨੀਆਂ ਪਿੰਨਾਂ ਇਕੱਠੀਆਂ ਕਰਨੀਆਂ ਬਹੁਤ ਮੁਸ਼ਕਿਲ ਦਾ ਕੰਮ ਹੁੰਦਾ ਹੈ ਅਗਰ ਸਾਡੇ ਕੋਲ ਇੱਕ ਮੈਗਨੇਟ ਹੋਵੇ ਤਾਂ ਮੈਗਨੇਟ ਸਾਡੇ ਕਿੰਨੇ ਕੰਮ ਆਉਂਦਾ ਕਿ ਉਹ 10 ਮਿੰਟ ਦਾ ਕੰਮ ਜਿਹੜਾ ਹੈ ਉਹ 1 ਮਿੰਟ ਦੇ ਵਿੱਚ ਕਰ ਦਿੰਦਾ ਹੈ ਅਗਰ ਅਸੀਂ ਮੈਗਨੇਟ ਪਿੰਨਾਂ ਉੱਤੇ ਫੇਰੀਏ ਤਾਂ ਸਾਰੀਆਂ ਜਿਹੜੀਆਂ ਪਿੰਨਾਂ ਹੈ ਉਹਦੇ ਨਾਲ ਜੁੜ ਜਾਣਗੀਆਂ ਤੇ ਸਾਡੇ ਕੋਲੋਂ ਟਾਈਮ ਦੀ ਜਿਹੜੀ ਹੈ ਬਚਤ ਵੀ ਹੋ ਜਾਏਗੀ ਸੋ ਮੈਗਨੇਟ ਜਿਹੜਾ ਹੈ ਅਸੀਂ ਆਮ ਘਰਾਂ ਦੇ ਵਿੱਚ ਡੋਰ ਕੈਚਰ ਪਰਸ ਪਿਨ ਹੋਲਡਰਸ ਮੋਬਾਈਲ ਕਵਰ ਦੇ ਵਿੱਚ ਦੇਖਦੇ ਹਾਂ ਕਿ ਯੂਜ਼ ਹੁੰਦਾ ਹੈ ਇਹ ਮੈਗਨੇਟ ਜਿਹੜਾ ਹੈ ਬੇਟਾ ਕਿਵੇਂ ਡਿਸਕਵਰ ਹੋਇਆ ਇਹਦੇ ਪਿੱਛੇ ਇੱਕ ਸਟੋਰੀ ਹੈ ਕਿ ਇੱਕ ਭੇਡਾਂ ਚਰਾਉਣ ਵਾਲਾ ਇੱਕ ਜਿਹੜਾ ਸੀਗਾ ਉਹਦਾ ਨਾਮ ਮੈਗਨੀ ਸੀਗਾ ਔਰ ਉਹ ਭੇਡਾਂ ਚਰਾ ਰਿਹਾ ਸੀਗਾ ਗ੍ਰੀਸ ਦੇ ਵਿੱਚ ਜਦੋਂ ਉਹਨੇ ਦੇਖਿਆ ਉਹਦੀਆਂ ਜਦੋਂ ਭੇਡਾਂ ਚੱਲ ਰਹੀਆਂ ਸੀ ਤਾਂ ਉਹਦੇ ਕੋਲ ਇੱਕ ਸਟਿਕ ਸੀਗੀ ਜਿਹੜੀ ਉਹ ਹਰਡ ਨੂੰ ਕੰਟਰੋਲ ਕਰਨ ਦੀ ਇਸਤੇਮਾਲ ਕਰਦਾ ਸੀਗਾ ਔਰ ਉਹਦੇ ਤੇ ਇੱਕ ਆਇਰਨ ਦਾ ਪੀਸ ਲੱਗਾ ਸੀਗਾ ਜਦੋਂ ਰੋਕ ਦੇ ਕੋਲ ਜਾ ਰਿਹਾ ਸੀ ਤਾਂ ਦੇਖਿਆ ਕਿ ਉਹ ਰੋਕ ਉਹਨੂੰ ਆਪਣੇ ਵੱਲ ਖਿੱਚ ਰਹੀ ਸੀਗੀ ਤਾਂ ਉਹ ਜਿਹੜਾ ਪੱਥਰ ਸੀ ਨਾ ਬੇਟਾ ਜੀ ਉਹਦਾ ਨਾਮ ਸੀਗਾ ਮੈਗਨੇਟਾਈਟ ਸੋ ਜਿਹੜਾ ਰੋਕ ਸੀ ਉਹ ਨੈਚੁਰਲ ਮੈਗਨੇਟ ਸੀਗਾ ਔਰ ਉਹਦੇ ਆਪਣੇ ਵੱਲ ਆਇਰਨ ਦੀ ਜਿਹੜੀ ਟਿਪ ਹੈ ਉਹਨੂੰ ਖਿੱਚਦਾ ਸੀਗਾ ਸੋ ਇਸ ਤਰ੍ਹਾਂ ਜਿਹੜਾ ਹੈ ਨੈਚੁਰਲ ਜਿਹੜਾ ਮੈਗਨੇਟ ਹੈ ਡਿਸਕਵਰਡ ਹੋਇਆ ਮੈਗਨੇਟਾਈਟ ਦੇ ਵਿੱਚ ਲੋਹਾ ਕੁਝ ਲੋਕ ਸੋਚਦੇ ਸੀ ਕਿ ਜਿਹੜਾ ਮੈਗਨੇਟਾਈਟ ਜਿਹੜਾ ਹੈ ਉਹ ਡਿਸਕਵਰ ਹੋਇਆ ਸੀ ਸਭ ਤੋਂ ਪਹਿਲਾਂ ਮੈਗਨੀਸ਼ੀਆ ਦੇ ਵਿੱਚ ਸੋ ਮੈਗਨੇਟ ਕੀ ਹੈ ਡੈਫੀਨੇਸ਼ਨ ਨੋਟ ਡਾਊਨ ਕਰ ਲਓ ਮੈਗਨੇਟ ਇਜ਼ ਅ ਸਬਸਟੈਂਸ ਵਿਚ ਅਟਰੈਕਟਸ iron and iron made things towards it ਮੈਗਨੇਟ ਜਿਹੜਾ ਲੋਹਾ ਜਾਂ ਲੋਹੇ ਤੋਂ ਬਣੀਆਂ ਹੋਈਆਂ ਚੀਜ਼ਾਂ ਨੂੰ ਆਪਣੇ ਵੱਲ ਨੂੰ ਖਿੱਚਦਾ ਹੈ ਉਸਨੂੰ ਆਪਾਂ ਕੀ ਕਹਿੰਦੇ ਹਾਂ ਮੈਗਨੇਟ ਇਹ ਹੋਰ ਵੀ ਮੈਟਲ ਹੈ ਜਿਸ ਤਰ੍ਹਾਂ ਕਿ ਨਿਕਲ ਤੇ ਕੋਬਾਲਟ ਹੈ ਇਹਨਾਂ ਨੂੰ ਆਪਣੇ ਵੱਲ ਖਿੱਚਦਾ ਹੈ ਮੈਗਨੇਟਾਈਟ ਇੱਕ ਨੈਚੁਰਲ ਮੈਗਨੇਟ ਹੈ ਨੈਚੁਰਲ ਮੈਗਨੇਟ ਦੀ ਡਿਸਕਵਰੀ ਹੋਣ ਤੋਂ ਬਾਅਦ ਫਿਰ ਇੱਕ ਨਵਾਂ ਮੈਗਨੇਟ ਮੈਨ ਨੇ ਬਣਾਇਆ ਜਿਹਨੂੰ ਆਪਾਂ ਕੀ ਕਹਿੰਦੇ ਹਾਂ ਆਰਟੀਫੀਸ਼ੀਅਲ ਮੈਗਨੇਟ A man-made magnet is called artificial magnet. ਮੈਗਨੇਟ ਨੂੰ ਆਪਾਂ ਡਿਫਰੈਂਟ ਸ਼ੇਪਸ ਦੇ ਵਿੱਚ ਬਣਾਇਆ ਜਿਵੇਂ ਬਾਲ ਐਂਡਡ ਮੈਗਨੇਟ ਜਿਹਦੇ ਪਿੱਛੇ ਬਾਲ ਲੱਗੀ ਹੁੰਦੀ ਹੈ ਸਿਲੈਂਡਰੀਕਲ ਮੈਗਨੇਟ ਬਾਰ ਮੈਗਨੇਟ ਹੋਰਸ਼ੂ ਮੈਗਨੇਟ ਰਿੰਗ ਮੈਗਨੇਟ ਇਹ ਡਿਫਰੈਂਟ ਟਾਈਪਸ ਹੈ ਜੀ ਮੈਗਨੇਟ ਦੀਆਂ ਆਪਾਂ ਇੱਕ ਐਕਟੀਵਿਟੀ ਕਰ ਸਕਦੇ ਹਾਂ ਇੱਕ ਗਲਾਸ ਖਾਲੀ ਲੈ ਲਈਏ ਠੀਕ ਹੈ ਜੀ ਉਹਦੇ ਅੰਦਰ ਆਪਾਂ ਅਗਰ ਪੇਪਰ ਕਲਿੱਪ ਪਾਈਏ ਤਾਂ ਇੱਕ ਥ੍ਰੈਡ ਦੇ ਨਾਲ ਪੇਪਰ ਕਲਿੱਪ ਨੂੰ ਬੰਨ੍ਹਦੀਏ ਅਗਰ ਅਸੀਂ ਇਹਦੇ ਵਿੱਚ ਮੈਗਨੇਟ ਪਾਵਾਂਗੇ ਤਾਂ ਉਹ ਵੀ ਆਪਣੇ ਵੱਲ ਨੂੰ ਲੋਹੇ ਦੀਆਂ ਚੀਜ਼ਾਂ ਜਿਹੜੀ ਕਿ ਨੀਡਲ ਜਿਹੜੀ ਬਣੀ ਹੋਈ ਹੈ ਉਹਨੂੰ ਆਪਣੇ ਵੱਲ ਖਿੱਚੇਗਾ ਨੈਕਸਟ ਹੈਗਾ ਜੀ ਮੈਗਨੈਟਿਕ ਐਂਡ ਨਾਨ ਮੈਗਨੈਟਿਕ ਮਟੀਰੀਅਲਸ ਮੈਗਨੈਟਿਕ ਤੇ ਨਾਨ ਮੈਗਨੈਟਿਕ ਮਟੀਰੀਅਲਸ ਕੀ ਹੁੰਦੇ ਨੇ ਸੋ ਮੈਗਨੇਟਸ ਕਿਹੜੇ ਨੇ ਉਹ ਮਟੀਰੀਅਲ ਜਿਹੜੇ ਮੈਗਨੇਟ ਵੱਲ ਅਟਰੈਕਟ ਹੁੰਦੇ ਨੇ ਉਹਨਾਂ ਨੂੰ ਆਪਾਂ ਮੈਗਨੈਟਿਕ ਮਟੀਰੀਅਲ ਕਹਿੰਦੇ ਹਾਂ ਤੇ ਜਿਹੜੇ ਨਹੀਂ ਹੁੰਦੇ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਨਾਨ ਮੈਗਨੈਟਿਕ ਮਟੀਰੀਅਲਸ ਤਾਂ ਆਪਾਂ ਥਿੰਕ ਐਂਡ ਆਨਸਰ ਦੇ ਵੀ ਨਾਲ ਦੀ ਨਾਲ ਕੁਐਸਚਨ ਕਰਨੇ ਨੇ ਮਟੀਰੀਅਲ ਜਿਹੜੇ ਅਟਰੈਕਟ ਹੁੰਦੇ ਨੇ ਮੈਗਨੇਟ ਵੱਲ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ ਜੀ ਮੈਗਨੈਟਿਕ ਤੇ ਜਿਹੜੇ ਮੈਗਨੇਟ ਵੱਲ ਨਹੀਂ ਅਟਰੈਕਟ ਹੁੰਦੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਨਾਨ ਮੈਗਨੈਟਿਕ ਸੋ ਇਹ ਟੇਬਲ ਤੁਸੀਂ ਆਪ ਬਣਾ ਸਕਦੇ ਹੋ ਜਿਵੇਂ ਸਕੇਲ ਹੈ ਸਕੇਲ ਸਭ ਨੂੰ ਪਤਾ ਹੈ ਪਲਾਸਟਿਕ ਦਾ ਵੀ ਹੁੰਦਾ ਹੈ ਅਗਰ ਜੇ ਪਲਾਸਟਿਕ ਦਾ ਹੈ ਤਾਂ ਉਹ ਅਟਰੈਕਟ
ਨਹੀਂ ਹੋਏਗਾ ਤੇ ਤਾਂ ਆਂਸਰ ਆਏਗਾ ਨੋ। ਅਗਰ ਸਕੇਲ ਬੇਟਾ ਜੀ ਆਇਰਨ ਦਾ ਆਪਾਂ ਲਿੱਤਾ ਹੈ ਤਾਂ ਉਹ ਮੈਗਨੇਟ ਵੱਲ ਅਟਰੈਕਟ ਹੋਏਗਾ ਤੇ ਉੱਥੇ ਆਪਾਂ ਕੀ ਲਗਾਵਾਂਗੇ ਰਾਈਟ। ਐਸੇ ਤਰੀਕੇ ਦੇ ਨਾਲ ਤੁਸੀਂ ਕੋਈ ਵੀ ਐਗਜ਼ਾਮਪਲ ਲੈ ਸਕਦੇ ਹੋ, ਚੇਅਰ ਪਲਾਸਟਿਕ ਦੀ ਵੀ ਹੋ ਸਕਦੀ ਹੈ ਔਰ ਆਇਰਨ ਦੀ ਵੀ ਹੋ ਸਕਦੀ ਹੈ। ਇਸ ਤਰ੍ਹਾਂ ਤੁਸੀਂ ਪੰਜ ਹੈ ਜਿਹੜੀਆਂ ਨੇ ਆਬਜੈਕਟਸ ਲੈ ਕੇ ਉਹਨੂੰ ਕਰ ਸਕਦੇ ਹੋ। ਹਾਊ ਟੂ ਫਾਈਂਡ ਦਾ ਜਿਓਗ੍ਰਾਫੀਕਲ ਡਾਇਰੈਕਸ਼ਨ ਆਫ ਦੀ ਅਰਥ। ਜਿਹੜੀ ਧਰਤੀ ਦੀ ਦਿਸ਼ਾ ਹੈ ਕਿ ਕਿੱਧਰਲੇ ਪਾਸੇ ਉੱਤਰ ਹੈ, ਕਿੱਧਰਲੇ ਪਾਸੇ ਦੱਖਣ ਹੈ, ਇਹਦਾ ਕਿਸ ਤਰ੍ਹਾਂ ਪਤਾ ਲਗਾਇਆ ਜਾਂਦਾ ਹੈ। ਜਦੋਂ ਤਾਂ ਬੇਟਾ ਸਵੇਰੇ ਸੂਰਜ ਨਿਕਲਦਾ ਹੈ ਤਾਂ ਅਸੀਂ ਸੂਰਜ ਦੀਆਂ ਡਾਇਰੈਕਸ਼ਨ ਤੋਂ ਆਪਾਂ ਪਤਾ ਕਰ ਦਿੰਦੇ ਹਾਂ ਕਿ ਇਸ ਸਾਈਡ ਤੇ ਵੈਸਟ ਹੈ ਜਾਂ ਨੌਰਥ ਹੈ, ਠੀਕ ਹੈ। ਪਰ ਕਈ ਵਾਰ ਤੁਸੀਂ ਦੇਖਿਆ ਹੋਏਗਾ ਕਿ ਸ਼ਿਪ ਦੇ ਵਿੱਚ ਅਗਰ ਅਸੀਂ ਚਲੇ ਜਾਂਦੇ ਹਾਂ ਤੇ ਉੱਥੇ ਸਾਰੇ ਪਾਸੇ ਸੂਰਜ ਹੀ ਦਿਖਦਾ ਰਹਿੰਦਾ ਹੈ। ਤਾਂ ਸ਼ਿਪ ਦੇ ਵਿੱਚ ਸਾਨੂੰ ਨਹੀਂ ਪਤਾ ਚੱਲਦਾ ਕਿ ਅਸੀਂ ਕਿਹੜੀ ਕੰਟਰੀ ਜਾਣਾ ਤਾਂ ਉਹ ਕਿਹੜੇ ਨੌਰਥ ਵੱਲ ਫਾਲ ਕਰਦੀ ਕਿ ਸਾਊਥ ਵੱਲ ਫਾਲ ਕਰਦੀ ਹੈ, ਕਿਉਂਕਿ ਉੱਥੇ ਬਹੁਤ ਪਾਣੀ ਹੀ ਪਾਣੀ ਹੁੰਦਾ ਹੈ। ਤਾਂ ਉਸ ਡਾਇਰੈਕਸ਼ਨ ਦੇ ਵਿੱਚ ਸਾਨੂੰ ਜਿਹੜਾ ਹੈ ਹੈਲਪ ਅਸੀਂ ਲੈਂਦੇ ਹਾਂ ਮੈਗਨੇਟ ਦੀ ਜਾਂ ਮੈਗਨੈਟਿਕ ਕੰਪਸ ਦੀ। ਮੈਗਨੈਟਿਕ ਕੰਪਸ ਦੇ ਬਾਰੇ ਅਸੀਂ ਅੱਗੇ ਗੱਲ ਕਰਾਂਗੇ। ਮੈਗਨੇਟ ਦੇ ਵਿੱਚ ਇੱਕ ਬੇਟਾ ਜੀ ਪ੍ਰੋਪਰਟੀ ਹੈ ਕਿ ਅਗਰ ਅਸੀਂ ਇਹਨੂੰ ਕਿਸੇ ਵੀ ਸਟੈਂਡ ਤੇ ਬੰਨ੍ਹ ਦਈਏ ਥ੍ਰੈਡ ਦੇ ਨਾਲ ਲਮਕਾ ਕੇ ਤਾਂ ਹਮੇਸ਼ਾ ਨੌਰਥ ਤੇ ਸਾਊਥ ਡਾਇਰੈਕਸ਼ਨ ਦੇ ਵਿੱਚ ਹੀ ਖੜੇ ਰਹਿੰਦਾ ਹੈ। ਇਹ ਫ੍ਰੀਲੀ ਸਸਪੈਂਡਡ ਇਹ ਪ੍ਰੋਪਰਟੀ ਵੀ ਹੈ। ਇਹ ਫ੍ਰੀਲੀ ਸਸਪੈਂਡਡ ਬਾਰ ਮੈਗਨੇਟ ਆਲਵੇਜ਼ ਕਮ ਟੂ ਰੈਸਟ ਇਨ ਦਾ ਨੌਰਥ ਸਾਊਥ ਡਾਇਰੈਕਸ਼ਨ। ਅਗਰ ਅਸੀਂ ਇਹਨੂੰ ਘੁਮਾ ਵੀ ਦੇਵਾਂਗੇ ਤਾਂ ਵੀ ਇਹ ਫਿਰ ਆ ਕੇ ਨੌਰਥ ਸਾਊਥ ਡਾਇਰੈਕਸ਼ਨ ਦੇ ਵਿੱਚ ਖੜੇਗਾ। ਇਹ ਫ੍ਰੀਲੀ ਸਸਪੈਂਡਡ ਬਾਰ ਮੈਗਨੇਟ ਕਿੱਧਰ ਵੱਲ ਨੂੰ ਪੁਆਇੰਟ ਕਰਦਾ ਹੈ ਜੀ, ਨੌਰਥ ਸਾਊਥ ਡਾਇਰੈਕਸ਼ਨ ਵੱਲ ਕਰਦਾ ਹੈ। ਸੋ ਜਿੱਧਰ ਨੌਰਥ ਡਾਇਰੈਕਸ਼ਨ ਹੈ ਅਰਥ ਦੀ ਅਸੀਂ ਉਹਨੂੰ ਲਵਾਂਗੇ। ਮੈਗਨੇਟ ਦੇ ਦੋ ਪੋਲ ਹੁੰਦੇ ਆ ਜੀ, ਨੌਰਥ ਪੋਲ ਔਰ ਸਾਊਥ ਪੋਲ। ਮੈਗਨੇਟ ਦੇ ਉੱਤੇ ਬੇਟਾ ਮਾਰਕ ਕੀਤੇ ਹੀ ਹੁੰਦੇ ਆ ਨੌਰਥ ਪੋਲ ਤੇ ਸਾਊਥ ਪੋਲ। ਹੁਣ ਗੱਲ ਆ ਗਈ ਮੈਗਨੈਟਿਕ ਕੰਪਸ ਦੀ, ਜਿਹਦੀ ਮੈਂ ਹੁਣੇ ਗੱਲ ਕੀਤੀ ਸੀ। ਇਹ ਇੱਕ ਮੈਗਨੈਟਿਕ ਕੰਪਸ ਹੈ ਬੇਟਾ। ਇੱਕ ਪਲਾਸਟਿਕ ਦੇ ਵਿੱਚ ਇੱਥੇ ਡਾਇਰੈਕਸ਼ਨ ਲਿਖੀਆਂ ਹੁੰਦੀਆਂ ਨੇ, ਨੌਰਥ ਸਾਊਥ ਈਸਟ ਔਰ ਵੈਸਟ। ਇਹਦੇ ਨਾਲ ਨਾਲ ਡਾਇਰੈਕਸ਼ਨ ਦੇ ਵਿੱਚ ਐਂਗਲ ਦਿਖਾਏ ਜਾਂਦੇ ਨੇ। ਇਹ ਮੈਗਨੈਟਿਕ ਕੰਪਸ ਹੈ। ਸਰਕੂਲਰ ਬਾਕਸ ਦੇ ਵਿੱਚ ਹੁੰਦੀ ਹੈ, ਪਲਾਸਟਿਕ ਜਾਂ ਐਲੂਮੀਨੀਅਮ ਦੇ ਵਿੱਚ ਬਣੀ ਹੁੰਦੀ ਹੈ ਔਰ ਉਹਦੇ ਤੇ ਟਰਾਂਸਪੇਰੈਂਟ ਗਲਾਸ ਲੱਗਾ ਹੁੰਦਾ ਹੈ। ਜਿਹੜੀ ਤੁਸੀਂ ਨੀਡਲ ਦੇਖਦੇ ਹੋ ਇਹਨੂੰ ਮੈਗਨੇਟਾਈਜ਼ ਨੀਡਲ ਕਿਹਾ ਜਾਂਦਾ ਹੈ। ਇਹ ਬਾਕਸ ਦੇ ਅੰਦਰ ਹੁੰਦੀ ਹੈ ਜਿਹੜੀ ਇਹ ਫ੍ਰੀ ਮੂਵ ਕਰਦੀ ਹੈ। ਵਨ ਐਂਡ ਜਿਹੜਾ ਹੈ ਨੌਰਥ ਪੋਲ ਨੂੰ ਦਰਸਾਉਂਦਾ ਹੈ ਤੇ ਸੈਕਿੰਡ ਜਿਹੜਾ ਹੈ ਸਾਊਥ ਪੋਲ ਨੂੰ ਦਰਸਾਉਂਦਾ ਹੈ ਤੇ ਇਹ ਸਾਨੂੰ ਡਾਇਰੈਕਸ਼ਨ ਜਿਹੜੀ ਹੈ ਫਾਈਂਡ ਆਊਟ ਕਰਨ ਨੂੰ ਹੈਲਪ ਕਰਦੀ ਹੈ। ਨੈਕਸਟ ਹੈ ਜੀ, ਅਗਰ ਨੌਰਥ ਔਰ ਸਾਊਥ ਪੋਲ ਨੂੰ ਆਪਾਂ ਕਦੇ ਵੀ ਸੈਪਰੇਟ ਨਹੀਂ ਕਰ ਸਕਦੇ। ਅਗਰ ਇਹ ਮੈਗਨੇਟ ਵਿੱਚੋਂ ਟੁੱਟ ਜਾਏ, ਸਪੋਜ਼ ਇਹ ਟੁੱਟ ਗਿਆ, ਇਹਦੇ ਦੋ ਪਾਰਟ ਬਣ ਗਏ, ਤਾਂ ਬੇਟਾ ਇਹਦਾ ਇੱਥੇ ਨੌਰਥ ਪਾਰਟ ਆ ਜਾਣਾ ਹੈ ਤੇ ਇੱਧਰਲਾ ਜਿਹੜਾ ਹੈ ਸਾਊਥ ਪਾਰਟ ਆ ਜਾਣਾ ਹੈ। ਇਨ ਕੇਸ ਅਗਰ ਅਸੀਂ ਇਹਨੂੰ ਫਿਰ ਇਹਦੇ ਦੋ ਹਿੱਸੇ ਕਰ ਦਈਏ ਤਾਂ ਵੀ ਇਹਦੇ ਦੋ ਪੋਲ ਰਹਿਣਗੇ, ਨੌਰਥ ਔਰ ਸਾਊਥ ਪੋਲ। ਸੋ ਆਪਾਂ ਦੇ ਪੋਲਸ ਨੂੰ ਜਿਹੜੇ ਹੈ ਅਲੱਗ ਨਹੀਂ ਕਰ ਸਕਦੇ। ਜਿਹੜੀਆਂ ਆਇਰਨ ਫੀਲਿੰਗਸ ਹੈ ਤੁਸੀਂ ਦੇਖ ਰਹੇ ਹੋ, ਅਗਰ ਅਸੀਂ ਕੋਈ ਲੋਹੇ ਦਾ ਚੂਰਨ ਜਿਹਨੂੰ ਆਇਰਨ ਫੀਲਿੰਗਸ ਵੀ ਕਿਹਾ ਜਾਂਦਾ ਹੈ ਅਸੀਂ ਲਈਏ ਤਾਂ ਇਹ ਹਮੇਸ਼ਾ ਪੋਲ ਦੇ ਉੱਤੇ ਤੁਸੀਂ ਦੇਖ ਰਹੇ ਹੋ ਜ਼ਿਆਦਾ ਇਕੱਠੇ ਹੁੰਦੇ ਹਨ। The poles of our magnet are far to its end। ਇਹ ਬਿਲਕੁਲ ਨੇੜੇ ਨਹੀਂ ਹੈ, ਪਾਸੇ ਹੈ। ਬਾਰ ਮੈਗਨੇਟ ਦੇ ਕਿੰਨੇ ਪੋਲ ਹੁੰਦੇ ਨੇ? It has two poles। Make your own magnet। ਇਹ ਬੇਟਾ ਜੀ ਐਕਟੀਵਿਟੀ ਤੁਸੀਂ ਆਪ ਵੀ ਕਰ ਸਕਦੇ ਹੋ ਕਿ ਤੁਸੀਂ ਇੱਕ ਮੈਗਨੇਟ ਆਪ ਅਗਰ ਬਣਾਉਣਾ ਹੋਵੇ ਤੇ ਕਿਵੇਂ ਬਣਾ ਸਕਦੇ ਹੋ। ਉਹਦੇ ਵਾਸਤੇ ਸਾਨੂੰ ਇੱਕ ਨੀਡਲ ਦੀ ਨੀਡ ਹੈ ਤੇ ਇੱਕ ਮੈਗਨੇਟ ਦੀ। ਅਗਰ ਅਸੀਂ ਇੱਕ ਕੋਈ ਵੀ ਇਹਨਾਂ ਚੋਂ ਪੋਲ ਲੈ ਲਓ ਔਰ ਅਸੀਂ ਉਹਨੂੰ ਪਹਿਲੇ ਇਸ ਪੋਜੀਸ਼ਨ ਤੋਂ ਫਿਰ ਚੁੱਕ ਕੇ ਫਿਰ ਇੱਧਰਲੀ ਪੋਜੀਸ਼ਨ ਤੋਂ ਲੈ ਕੇ ਆਉਣਾ ਹੈ ਤਾਂ ਅਗਰ ਅਸੀਂ ਉਹਨੂੰ 30 ਤੋਂ 35 ਵਾਰ ਕਰਾਂਗੇ ਤਾਂ ਇਹ ਜਿਹੜੀ ਨੀਡਲ ਹੈ ਇਹ ਵੀ ਮੈਗਨੇਟ ਬਣ ਜਾਏਗੀ। ਹੁਣ ਜਦੋਂ ਇਹ ਨੀਡਲ ਮੈਗਨੇਟ ਬਣ ਗਈ ਤਾਂ ਅਸੀਂ ਇਹਨੂੰ ਕਿਵੇਂ ਚੈੱਕ ਕਰਨਾ ਹੈ ਕਿ ਇਹ ਮੈਗਨੇਟ ਬਣ ਗਈ ਹੈ। ਤਾਂ ਤੁਸੀਂ ਆਪਣੇ ਕੋਲ 2-4 ਪਿੰਨਾਂ ਲਓ,
ਉਹਨਾਂ ਪਿੰਨਾਂ ਦੇ ਕੋਲ ਇਹਨੂੰ ਲੈ ਕੇ ਜਾਓ ਤਾਂ ਤੁਸੀਂ ਦੇਖੋਗੇ ਕਿ ਜਿਹੜੀਆਂ ਪਿੰਸ ਹੈ ਉਹ ਇਹਦੇ ਵੱਲ ਅਟਰੈਕਟ ਹੋਣਗੀਆਂ। ਸੋ ਇਹ ਜਿਹੜਾ ਮੈਗਨੇਟ ਹੈ ਇਹ ਅਸੀਂ ਟੈਂਪਰੇਰੀ ਮੈਗਨੇਟ ਨੂੰ ਬਣਾ ਸਕਦੇ ਹਾਂ। ਮੇਕ ਯੂਅਰ ਓਨ ਕੰਪਸ, ਐਸੇ ਤਰੀਕੇ ਦੇ ਨਾਲ ਤੁਸੀਂ ਇੱਕ ਆਪਣੀ ਕੰਪਸ ਬਣਾ ਸਕਦੇ ਹੋ, ਮੈਗਨੈਟਿਕ ਕੰਪਸ। ਉਹਦੇ ਵਾਸਤੇ ਤੁਹਾਨੂੰ ਇੱਕ ਐਮਟੀ ਪਲਾਸਟਿਕ ਬੋਟਲ ਵਿਦ ਕੈਪ ਔਰ ਪੇਪਰ ਕਟਰ ਚਾਹੀਦਾ ਹੈ। ਜਿਹੜਾ ਕੈਪ ਹੈ ਵੇਸਟ ਐਮਟੀ ਬੋਟਲ ਦਾ ਲੈ ਕੇ ਉਹਦੇ ਵਿੱਚ ਅਸੀਂ ਆਪਾਂ ਹੋਲ ਕਰ ਲੈਣਾ ਹੈ। ਮੈਗਨੈਟਿਕ ਨੀਡਲ ਜਿਹੜੀ ਹੈ ਉਹਦੇ ਵਿੱਚ ਰੱਖਣੀ ਹੈ ਤਾਂ ਤੁਸੀਂ ਦੇਖੋਗੇ ਜੇਕਰ ਇਹਨੂੰ ਅਸੀਂ ਨੀਡਲ ਇਹਦੇ ਵਿੱਚ ਪਾਤੀ, ਅਗਰ ਅਸੀਂ ਇਹਨੂੰ ਪਾਣੀ ਦੇ ਵਿੱਚ ਰੱਖਾਂਗੇ ਤਾਂ ਇਹ ਫਿਰ ਕਿਹੜੀ ਡਾਇਰੈਕਸ਼ਨ ਨੂੰ ਸ਼ੋ ਕਰੇਗੀ, ਨੌਰਥ ਸਾਊਥ ਡਾਇਰੈਕਸ਼ਨ ਤੋਂ। ਸੋ ਇਸ ਤਰੀਕੇ ਦੇ ਨਾਲ ਆਪਾਂ ਮੈਗਨੈਟਿਕ ਕੰਪਸ ਵੀ ਬਣਾ ਸਕਦੇ ਹਾਂ। ਮੈਗਨੈਟਿਕ ਕੰਪਸ ਕਿਸ ਕੰਮ ਆਉਂਦੀ ਹੈ? ਇੱਕ ਇਹੋ ਜਿਹਾ ਡਿਵਾਈਸ ਹੈ ਜਿਹੜਾ ਕਿ ਸਾਨੂੰ ਡਾਇਰੈਕਸ਼ਨ ਆਫ ਅਰਥ ਲਈ ਕੰਮ ਆਉਂਦਾ ਹੈ। ਨੈਕਸਟ ਆ ਗਿਆ ਜੀ ਅਟਰੈਕਸ਼ਨ ਐਂਡ ਰਿਪਲਸ਼ਨ ਬਿਟਵੀਨ ਦਾ ਮੈਗਨੇਟ। ਇਹ ਤੁਸੀਂ ਇੱਕ ਐਕਟੀਵਿਟੀ ਦੇਖ ਰਹੇ ਹੋ। ਅਗਰ ਬੇਟਾ ਦੋ ਪੋਲ ਸੇਮ ਰੈੱਡ ਔਰ ਰੈੱਡ ਨੂੰ ਅਗਰ ਅਸੀਂ ਕਲਰ ਵਾਈਜ਼ ਲਿੱਤਾ ਹੈ, ਇਹ ਸੇਮ ਪੋਲ ਹੈ। ਅਗਰ ਅਸੀਂ ਐਕਟੀਵਿਟੀ ਕਰੀਏ ਕਿ ਇੱਕ ਮੈਗਨੇਟ ਦੇ ਨੀਚੇ 3 ਪੈਨਸਲ ਰੱਖ ਦਈਏ, ਅਗਰ ਇਹ ਪੋਲ ਜਦੋਂ ਮੈਗਨੇਟ ਜਿਹੜਾ ਹੈ ਤੁਸੀਂ ਇਹਦੇ ਕੋਲ ਲੈ ਕੇ ਜਾਓਗੇ ਤਾਂ ਇਹ ਕੀ ਕਰੇਗਾ, ਪੈਨਸਲ ਅੱਗੇ ਵੱਲ ਨੂੰ ਜਾਣੀ ਹੈ। ਇਹ ਆਪਸ 'ਚ ਇਹਨਾਂ 'ਚ ਰਿਪਲਸ਼ਨ ਹੁੰਦੀ ਹੈ। ਪਰ ਜੇਕਰ ਅਸੀਂ ਉਲਟ ਦੇਖੋ, ਇੱਥੇ ਬਲੂ ਆ ਗਿਆ, ਇੱਥੇ ਰੈੱਡ ਆ ਗਿਆ, ਇਹ ਦੋਨੋਂ ਅਸੀਂ ਓਪੋਜ਼ਿਟ ਲੈ ਕੇ ਜਾਵਾਂਗੇ ਤਾਂ ਇਹ ਕੀ ਹੈ, ਇਹਦੇ ਵੱਲ ਨੂੰ ਅਟਰੈਕਟ ਕਰੇਗੀ। ਸੋ ਓਪੋਜ਼ਿਟ ਜਿਹੜੇ ਪੋਲ ਨੇ ਉਹ ਕੀ ਕਰਦੇ ਨੇ, ਅਟਰੈਕਟ ਕਰਦੇ ਨੇ, ਤੇ ਜਿਹੜੇ ਸਿਮਿਲਰ ਪੋਲਸ ਨੇ ਉਹ ਕੀ ਕਰਦੇ ਨੇ, ਰਿਪੈਲ ਕਰਦੇ ਨੇ। ਇਹ ਵੀ ਇੱਕ ਇਹਦੀ ਪ੍ਰੋਪਰਟੀ ਹੈ। ਸੋ ਆਪਾਂ ਇੱਥੇ ਫਿਲ ਕਰ ਸਕਦੇ ਹਾਂ, ਲਾਈਕ poles of two magnet repel each other, unlike poles of two magnet attract each other. ਨੈਕਸਟ ਹੈ ਜੀ ਹਾਊ ਟੂ ਸਟੋਰ ਮੈਗਨੇਟ। ਆਪਾਂ ਮੈਗਨੇਟ ਨੂੰ ਸਟੋਰ ਕਿਵੇਂ ਕਰਨਾ ਹੈ? ਮੈਗਨੇਟ ਬੇਟਾ ਹਮੇਸ਼ਾ ਕਿਸੇ ਬਾਕਸ ਦੇ ਵਿੱਚ ਜੇ ਅਗਰ ਦੋ ਮੈਗਨੇਟ ਰੱਖਣੇ ਆ ਨੌਰਥ ਸਾਊਥ ਡਾਇਰੈਕਸ਼ਨ ਜਿਹੜੇ ਆ, ਅਨਲਾਈਕ ਜਿਹੜੇ ਪੋਲਸ ਆ ਇੱਕ ਪਾਸੇ, ਔਰ ਉਹਨਾਂ ਦੇ ਵਿੱਚ ਆਪਾਂ ਵੁਡਨ ਦਾ ਕੋਈ ਪੀਸ ਰੱਖ ਕੇ ਅਸੀਂ ਉਹਨੂੰ ਸਟੋਰ ਕਰ ਸਕਦੇ ਹਾਂ। ਇਹ ਜਿਹੜੇ ਤੁਸੀਂ ਦੇਖ ਰਹੇ ਹੋ ਮੈਮਰੀ ਕਾਰਡ ਜਾਂ ਪੈਨ ਡਰਾਈਵ, ਇਹਨਾਂ ਤੋਂ ਆਪਾਂ ਨੂੰ ਮੈਗਨੇਟ ਤੋਂ ਦੂਰ ਰੱਖਣਾ ਹੈ, ਕਿਉਂਕਿ ਪੈਨ ਡਰਾਈਵ ਕੰਪਿਊਟਰ ਤੇ ਸਾਰੇ ਜਿਹੜੇ ਮੈਮਰੀ ਡਿਵਾਈਸਿਸ ਹੈ, ਮੈਗਨੇਟ ਉਹਨਾਂ ਦੀ ਮੈਮਰੀ ਨੂੰ ਖਤਮ ਕਰ ਦਿੰਦੇ ਨੇ। ਸੋ ਅਸੀਂ ਮੈਗਨੇਟ ਨੂੰ ਕਿਵੇਂ ਬਚਾਉਣਾ ਹੈ? ਮੈਗਨੇਟ ਦੇ ਉੱਤੇ ਕਦੇ ਵੀ ਹੈਮਰ ਦਾ ਇਸਤੇਮਾਲ ਨਹੀਂ ਕਰਨਾ। ਮੈਗਨੇਟ ਨੂੰ ਹਮੇਸ਼ਾ ਹੀਟ ਤੋਂ ਬਚਾ ਕੇ ਰੱਖਣਾ ਹੈ। ਅਗਰ ਮੈਗਨੇਟ ਥੱਲੇ ਡਿੱਗ ਜਾਂਦਾ ਹੈ ਤਾਂ ਕੀ ਹੁੰਦਾ, ਤਾਂ ਵੀ ਇਹਦੀ ਜਿਹੜੀ ਪ੍ਰੋਪਰਟੀ ਹੈ ਉਹ ਲੋਸ ਹੋ ਜਾਂਦੀ ਹੈ, ਯਾਨੀ ਕਿ ਉਹਦੇ ਵਿੱਚ ਮੈਗਨੇਟ ਦੀ ਸ਼ਕਤੀ ਜਿਹੜੀ ਹੈ, ਪਾਵਰ ਹੈ, ਘਟ ਜਾਂਦੀ ਹੈ। ਮੈਗਨੇਟ ਲੂਜ਼ ਦੇਅਰ ਪ੍ਰੋਪਰਟੀ ਔਨ ਹੈਮਰਿੰਗ, ਹੀਟਿੰਗ ਐਂਡ ਬਾਈ ਡ੍ਰੌਪਿੰਗ ਔਰ ਥਰੋਇੰਗ। ਸੋ ਇਹ ਸੀ ਤੁਹਾਡਾ ਚੈਪਟਰ। ਕਰਦੇ ਹਾਂ ਐਕਸਰਸਾਈਜ਼। मैग्नेटिक इज ए डैश मैग्नेट। मैग्नेट की एक नैचुरल मैग्नेटाइट एक नैचुरल मैग्नेट है। प्लास्टिक जेड़ा है मैग्नेटिक मटीरियल नहीं है। अ मैग्नेट हैज टू पोल्स। मैग्नेट दे कितने पोल ने? दो पोल्स ने। द पोल्स ऑफ आर मैग्नेट आर इट्स एंड। डैश इज यूज्ड फॉर फाइंडिंग द डायरेक्शन ऑन अर्थ। मैग्नेटिक कंपस। ਆਪਾਂ ट्रू फॉल्स स्टार्ट करते हैं। पोल्स ऑफ मैग्नेट कैन बी सैपरेटेड फॉल्स। कभी भी मैग्नेट के जोड़े पोल्स आ वो असी सैपरेट नहीं कर सकते। मैग्नेट डज नॉट अट्रैक्ट ग्लास मटीरियल। मैग्नेट वाल ग्लास मटीरियल अट्रैक्ट नहीं होता। ट्रू। मैग्नेट कैन डैमेज मेमोरी डिवाइसेस। यस ट्रू। मैग्नेटिक कंपस ऑलवेज पॉइंट टूवर्ड ईस्ट वेस्ट डायरेक्शन। फॉल्स। मैग्नेट लूज देयर प्रॉपर्टी ऑन हैमरिंग। ट्रू। हाँ जी, मैच द कॉलम। वुड। वुड की है जी नॉन मैग्नेटिक मटीरियल। आयरन की है जी मैग्नेटिक मटीरियल। मैग्नेटाइट नैचुरल मैग्नेट। नॉर्थ पोल नॉर्थ पोल अगर होंगे तो रिपल्शन होएगी।
नॉर्थ पोल और साउथ पोल ਜਿਹੜੇ ਆ ਆਪਸ ਦੇ ਵਿੱਚ ਕੀ ਕਰਨਗੇ ਅਟਰੈਕਟ ਕਰਨਗੇ। ਚੂਜ਼ ਦਾ ਕਰੈਕਟ ਆਨਸਰ ਨॉन ਮੈਗਨੈਟਿਕ ਮਟੀਰੀਅਲ ਇਜ਼ ਡੈਸ਼। ਇਹਨਾਂ ਵਿੱਚੋਂ ਦੱਸਣਾ ਹੈ ਕਿ ਨॉन ਮੈਗਨੈਟਿਕ ਮਟੀਰੀਅਲ ਕਿਹੜਾ ਹੈ ਜੀ ਪੇਪਰ which can be converted into magnet। ਇਹਨਾਂ ਚ ਦੱਸੋ ਕਿਹੜਾ ਮੈਗਨੇਟ ਦੇ ਵਿੱਚ ਕਨਵਰਟ ਕੀਤਾ ਜਾ ਸਕਦਾ ਹੈ ਇਰੇਜ਼ਰ ਵੂਡਨ ਬਾਰ ਆਇਰਨ ਨੇਲ ਨਨ ਆਫ ਥੀਸ। ਤਾਂ ਇਹਦੇ ਵਿੱਚ ਆਨਸਰ ਹੈ ਆਇਰਨ ਨੇਲ। शुरू करते हैं शॉर्ट आंसर क्वेश्चन। फर्स्ट क्वेश्चन राइट नेम ऑफ एनी टू थिंग्स यूज्ड इन आवर डेली लाइफ दैट कंटेन मैग्नेट। दो चीज़ों के नाम दसो ਜਿਹੜੇ ਸਾਡੇ ਲਾਈਫ ਦੇ ਵਿੱਚ ਅਸੀਂ ਮੈਗਨੇਟ ਦਾ ਇਸਤੇਮਾਲ ਕਰਦੇ ਹਾਂ ਜੀ। ਪਿਨ ਹੋਲਡਰ, ਮੋਬਾਈਲ ਕਵਰ, ਡੋਰ ਕੈਪਚਰ ਔਰ ਪਰਸ। when a bar magnet placed on iron filling where the fillings will be attracted more। ਪਿੱਛੇ ਅਸੀਂ ਡਾਇਗਰਾਮ ਵੀ ਦੇਖ ਕੇ ਆਏ ਹਾਂ, ਪਿਕਚਰ ਦੇਖ ਕੇ ਆਏ ਹਾਂ ਕਿ ਕਿੱਥੇ ਜ਼ਿਆਦਾ ਅਟਰੈਕਟ ਹੁੰਦੀਆਂ ਨੇ ਜੀ ਐਟ ਦ ਐਂਡ ਆਫ ਦਾ ਪੋਲ। ਨੈਕਸਟ ਹੈ ਵਾਟ ਇਜ਼ ਆਰਟੀਫਿਸ਼ਲ ਮੈਗਨੇਟ। ਆਰਟੀਫਿਸ਼ਲ ਮੈਗਨੇਟ ਕੀ ਹੈ ਜਿਹੜਾ ਮਨੁੱਖ ਨੇ ਖੁਦ ਬਣਾਇਆ ਹੈ। A man-made magnet is called artificial magnet। Two properties of magnet। मैग्नेट ਦੇ ਕਿੰਨੇ ਪੋਲ ਨੇ ਨੌਰਥ ਪੋਲ ਦੋ ਪੋਲ ਨੇ ਬੇਟਾ ਜੀ ਨੌਰਥ ਪੋਲ ਔਰ ਸਾਊਥ ਪੋਲ। ਔਰ ਜਿਹੜੇ ਅਨਲਾਈਕ ਪੋਲਸ ਹੈ ਉਹ ਕੀ ਕਰਦੇ ਨੇ ਅਟਰੈਕਟ ਕਰਦੇ ਨੇ ਜਦਕਿ ਲਾਈਕ ਪੋਲਸ ਜਿਹੜੇ ਨੇ ਆਪਸ ਦੇ ਵਿੱਚ ਰਿਪੈਲ ਕਰਦੇ ਨੇ। ਸ਼ੋਰਟ ਆਨਸਰ ਕੁਐਸਚਨ ਵਟ ਇਜ਼ ਮੈਗਨੇਟ ਨੇਮ ਦਾ ਪੋਲਸ ਆਫ ਮੈਗਨੇਟ। ਮੈਗਨੇਟ ਕੀ ਹੈ ਮੈਗਨੇਟ ਦੇ ਕਿਹੜੇ ਕਿਹੜੇ ਪੋਲ ਹੈ। ਮੈਗਨੇਟ ਕੀ ਹੈ ਆਪਾਂ ਪੜਿਆ ਮੈਗਨੇਟ ਇੱਕ ਇਹੋ ਜਿਹਾ ਸਬਸਟੈਂਸ ਹੈ ਜਿਹੜਾ ਕਿ ਆਇਰਨ ਜਾਂ ਆਇਰਨ ਤੋਂ ਬਣੀਆਂ ਹੋਈਆਂ ਚੀਜ਼ਾਂ ਨੂੰ ਆਪਣੇ ਵੱਲ ਅਟਰੈਕਟ ਕਰਦਾ ਹੈ। ਮੈਗਨੇਟ ਇਜ਼ ਅ ਸਬਸਟੈਂਸ which attract iron and iron made things toward it। और ਇਹਦੇ ਦੋ ਪੋਲ ਹੈ ਜੀ ਨੌਰਥ ਪੋਲ ਔਰ ਸਾਊਥ ਪੋਲ। नेक्स्ट है give three reason by which a magnet has loses its property। ਕੀ ਰੀਜ਼ਨ ਹੈ ਕਿ ਜਿਹੜਾ ਮੈਗਨੇਟ ਹੈ ਆਪਣੀ ਸ਼ਕਤੀ ਜਿਹੜੀ ਆ ਖੋ ਬੈਂਦਾ ਹੈ ਅਗਰ ਅਸੀਂ ਉਹਦੇ ਤੇ ਹੈਮਰਿੰਗ ਕਰਾਂਗੇ ਯਾਨੀ ਕਿ ਅਸੀਂ ਉਹਦੇ ਤੇ ਹਥੌੜਾ ਮਾਰਾਂਗੇ ਹੀਟ ਕਰਾਂਗੇ ਔਰ ਉਹ ਉੱਪਰੋਂ ਉਚਾਈ ਤੋਂ ਸੁੱਟਿਆ ਜਾਂਦਾ ਹੈ ਜਾਂ ਅਸੀਂ ਸੁੱਟਦੇ ਹਾਂ ਤਾਂ ਜਿਹੜੇ ਮੈਗਨੇਟ ਹੈ ਉਹਨਾਂ ਦੀ ਪ੍ਰੋਪਰਟੀ ਹੈ ਲਾਸ ਹੋ ਜਾਂਦੀ ਹੈ। ਨੈਕਸਟ ਹੈ ਵਟ ਇਜ਼ ਕੰਪਸ। ਕੰਪਸ ਕੀ ਹੈ ਔਰ ਕਿਸ ਦੇ ਵਾਸਤੇ ਅਸੀਂ ਇਸਤੇਮਾਲ ਕਰਦੇ ਹਾਂ। ਮੈਗਨੈਟਿਕ ਕੰਪਸ ਇੱਕ ਇਹੋ ਜਿਹਾ ਡਿਵਾਈਸ ਹੈ ਜਿਹੜਾ ਕਿ ਸਮਾਲ ਸਰਕੂਲਰ ਬਾਕਸ ਮਟੀਰੀਅਲ ਜਿਸ ਤਰ੍ਹਾਂ ਕਿ ਐਲੂਮੀਨੀਅਮ ਜਾਂ ਪਲਾਸਟਿਕ ਦੇ ਨਾਲ ਬਣਿਆ ਹੁੰਦਾ ਹੈ ਔਰ ਉਹਦੇ ਤੇ ਉੱਪਰ ਟਰਾਂਸਪੇਰੈਂਟ ਜਾਂ ਪਲਾਸਟਿਕ ਸ਼ੀਟ ਗਲਾਸ ਦੀ ਜਾਂ ਪਲਾਸਟਿਕ ਦੀ ਲੱਗੀ ਹੁੰਦੀ ਹੈ ਔਰ ਉਹਦੇ ਅੰਦਰ ਇੱਕ ਮੈਗਨੇਟਾਈਜ਼ਡ ਨੀਡਲ ਲੱਗੀ ਹੁੰਦੀ ਹੈ ਜਿਹੜੀ ਕਿ ਫ੍ਰੀਲੀ ਮੂਵ ਕਰਦੀ ਹੈ। ਉਹਦੇ ਤੇ ਆਪਾਂ ਰੈੱਡ ਨਾਲ ਕਲਰ ਦੇ ਨਾਲ ਆਈਡੈਂਟੀਫਿਕੇਸ਼ਨ ਹੁੰਦੀ ਹੈ ਨੌਰਥ ਪੋਲ ਦੀ ਔਰ ਇਹ ਜਿਓਗ੍ਰਾਫੀਕਲ ਡਾਇਰੈਕਸ਼ਨ ਯਾਨੀ ਕਿ ਦਿਸ਼ਾ ਬਦਲ ਲੱਭਣ ਲਈ ਅਰਥ ਲਈ ਯੂਜ਼ ਕੀਤੀ ਜਾਂਦੀ ਹੈ। ਨੈਕਸਟ ਹੈ ਜੀ ਮੈਗਨੈਟਿਕ ਤੇ ਨਾਨ ਮੈਗਨੈਟਿਕ ਮਟੀਰੀਅਲਸ ਕਿਹੜੇ ਨੇ ਇਹਨਾਂ ਨੇ ਐਗਜ਼ਾਮਪਲ ਦੱਸੋ। ਮੈਗਨੈਟਿਕ ਮਟੀਰੀਅਲ ਜਿਹੜੇ ਨੇ ਆਇਰਨ ਨਿਕਲ ਕੋਬਾਲਟ ਇਹ ਕਿਹਦੇ ਵੱਲ ਨੂੰ ਅਟਰੈਕਟ ਕਰਦੇ ਨੇ ਮੈਗਨੇਟ ਨੂੰ ਮੈਗਨੇਟ ਵੱਲ ਸੋ ਇਸ ਕਰਕੇ ਇਹਨਾਂ ਨੂੰ ਆਪਾਂ ਮੈਗਨੈਟਿਕ ਮਟੀਰੀਅਲ ਕਹਿੰਦੇ ਆ। ਨਾਨ ਮੈਗਨੈਟਿਕ ਮਟੀਰੀਅਲ ਜਿਸ ਤਰ੍ਹਾਂ ਕਿ ਪਲਾਸਟਿਕ ਗਲਾਸ ਤੇ ਵੁੱਡ ਇਹ ਮੈਗਨੇਟ ਵੱਲ ਨਹੀਂ ਅਟਰੈਕਟ ਹੁੰਦੇ ਇਸ ਕਰਕੇ ਇਹਨਾਂ ਨੂੰ ਆਪਾਂ ਨਾਨ ਮੈਗਨੈਟਿਕ ਮਟੀਰੀਅਲ ਕਹਿੰਦੇ ਹਾਂ। ਨੈਕਸਟ ਹੈ ਜੀ ਹਾਊ ਵਿਲ ਯੂ ਮੇਕ ਯੋਰ ਓਨ ਮੈਗਨੇਟ from a given strip of iron। ਤਾਂ ਤੁਸੀਂ ਕਿਸ ਤਰ੍ਹਾਂ ਇੱਕ ਮੈਗਨੇਟ ਤੋਂ ਇੱਕ ਹੋਰ ਜਿਹੜਾ ਹੈ ਆਇਰਨ ਦਾ ਜਿਹੜਾ ਹੈ ਪੀਸ ਉਹ ਮੈਗਨੇਟ ਬਣਾਓਗੇ। ਅਸੀਂ ਇੱਕ ਇਹਦੇ ਲਈ ਬਾਰ ਮੈਗਨੇਟ ਲਵਾਂਗੇ ਔਰ ਇੱਕ ਆਇਰਨ ਨੀਡਲ ਲੈ ਲਾਂਗੇ ਉਹਨੂੰ ਟੇਬਲ ਤੇ ਰੱਖਾਂਗੇ ਔਰ ਅਸੀਂ ਰਬ ਕਰਨਾ ਹੈ ਸਰਕੂਲਰ ਪਾਥ ਦੇ ਵਿੱਚ ਅਪਰੋਕਸੀਮੇਟਲੀ 35 to 45 ਮਿੰਟ ਸੇਮ ਪੋਲ ਦੇ ਨਾਲ ਹੀ ਰਗੜਨਾ ਹੈ ਤਾਂ ਤੁਸੀਂ ਦੇਖੋਗੇ ਕਿ ਇਹ ਜਿਹੜਾ ਆਇਰਨ ਦੀ ਸਾਡੀ ਨੀਡਲ ਹੈ ਇੱਕ ਮੈਗਨੇਟ ਬਣ ਜਾਏਗੀ। ਅਗਰ ਅਸੀਂ ਇਹਨੂੰ ਚੈੱਕ ਕਰਨਾ ਹੈ ਤਾਂ ਆਪਾਂ ਪਿਨ ਦੇ ਕੋਲ ਲੈ ਕੇ ਜਾਵਾਂਗੇ ਤਾਂ ਪਿਨ ਜਿਹੜੀਆਂ ਨੇ ਉਹ ਇਹਦੇ ਵੱਲ ਅਟਰੈਕਟ ਹੋਣਗੀਆਂ। ਸੋ ਇਸ ਤਰ੍ਹਾਂ ਅਸੀਂ ਇੱਕ ਆਪਣਾ ਮੈਗਨੇਟ ਖੁਦ ਬਣਾ ਸਕਦੇ ਹਾਂ। ਨੈਕਸਟ ਕੁਐਸਚਨ ਹੈ ਜੀ ਗਿਵ ਸਮ ਯੂਜ਼ਸ ਆਫ ਮੈਗਨੇਟਸ ਇਨ ਆਵਰ ਡੇਲੀ ਲਾਈਫ। ਕਿਤੇ ਕਿਤੇ ਇਹਦਾ ਇਸਤੇਮਾਲ ਕਰਦੇ ਹਾਂ ਡੋਰ ਕੈਚਰ ਦੇ ਵਿੱਚ ਇਸਤੇਮਾਲ ਹੁੰਦਾ ਪਿਨ ਹੋਲਡਰ ਦੇ ਵਿੱਚ ਬੱਕਲਸ ਦੇ ਵਿੱਚ ਪਰਸ ਦੇ ਜਿਹੜੇ ਬੱਕਲ ਹੁੰਦੇ ਨੇ ਮੋਬਾਈਲ ਕਵਰ ਔਰ ਜਮੈਟਰੀ ਬਾਕਸ ਦੇ ਵਿੱਚ ਈਵਨ ਜਿਹੜੀਆਂ ਹੈਗੀਆਂ ਆਪਣੀਆਂ ਕ੍ਰੇਨਸ ਉਹਨਾਂ ਵਿੱਚ ਵੀ ਬੇਟਾ ਜੀ ਇਹਦਾ ਇਸਤੇਮਾਲ ਕੀਤਾ ਜਾਂਦਾ ਹੈ ਕਿਉਂਕਿ ਕ੍ਰੇਨ ਦਾ ਇਸਤੇਮਾਲ ਜਦੋਂ ਆਪਾਂ ਦੇਖਿਆ ਹੋਏਗਾ ਕਿ ਗਾਰਬੇਜ ਦੇ ਜਿਹੜੇ ਢੇਰ ਕੂੜੇ ਦੇ ਢੇਰ ਲੱਗੇ ਹੁੰਦੇ ਨੇ ਅਗਰ ਅਸੀਂ ਉਹਨਾਂ ਵਿੱਚੋਂ ਲੋਹੇ ਵਰਗੀਆਂ ਜਾਂ ਮੈਗਨੈਟਿਕ ਮਟੀਰੀਅਲ ਫਾਈਂਡ ਆਊਟ ਕਰਨਾ ਹੈ ਤਾਂ ਉਹ
ਇੰਨੇ ਢੇਰ ਦੇ ਵਿੱਚ ਮੈਨ ਪਾਵਰ ਜਿਹੜੀ ਆ ਬਹੁਤ ਲੱਗਦੀ ਹੈ, ਤੇ ਅਗਰ ਅਸੀਂ ਉਹਦਾ ਇਸਤੇਮਾਲ ਮੈਗਨੇਟ ਜਿਹੜਾ ਹੈ ਕ੍ਰੇਨ ਦੇ ਨਾਲ ਕੀਤਾ ਜਾਂਦਾ ਹੈ ਤਾਂ ਸਾਰੇ ਜਿਹੜੇ ਮੈਗਨੈਟਿਕ ਮਟੀਰੀਅਲ ਹੈ ਉਹ ਉਹਦੇ ਨਾਲ ਆ ਕੇ ਅਟਰੈਕਟ ਹੋ ਜਾਂਦੇ ਨੇ, ਤੇ ਅਸੀਂ ਜਿਹੜੀ ਹੈ ਗਾਰਬੇਜ ਤੋਂ ਵੀ ਇਸ ਨੂੰ ਸੈਪਰੇਟ ਕਰ ਸਕਦੇ ਹਾਂ। ਸੋ ਮੈਗਨੇਟ ਦਾ ਸਾਡੀ ਲਾਈਫ ਦੇ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਸ ਰੋਲ ਹੈ। ਸੋ ਬੇਟਾ ਤੁਸੀਂ ਦੇਖਿਆ ਕਿ ਮੈਗਨੇਟ ਜਿਹੜਾ ਹੈ ਸਾਡੀ ਲਾਈਫ ਦੇ ਵਿੱਚ ਕਿੰਨਾ ਕੰਮ ਆਉਂਦਾ ਹੈ। ਹੋਪ ਤੁਹਾਨੂੰ ਲੈਸਨ ਜਿਹੜਾ ਹੈ ਕਲੀਅਰ ਹੋ ਗਿਆ ਹੋਏਗਾ। ਅਗਰ ਬੇਟਾ ਜੀ ਤੁਹਾਡੇ ਕੋਈ ਵੀ ਸੁਜੈਸ਼ਨ ਜਾਂ ਕੋਈ ਵੀ ਤੁਹਾਡੀ ਕੁਐਰੀ ਹੈ, ਤੁਸੀਂ ਮੈਨੂੰ ਪੁੱਛ ਸਕਦੇ ਹੋ। ਆਈ ਹੋਪ ਕਿ ਮੈਂ ਤੁਹਾਡਾ ਆਨਸਰ ਜ਼ਰੂਰ ਦੇਵਾਂਗੀ। ਥੈਂਕ ਯੂ।